ਹਾਂਜੀ ਪਿਆਰੇ ਵਿਦਿਆਰਥੀਓ, ਮੈਂ ਤੁਹਾਡੀ ਰਜਿੰਦਰ ਮੈਡਮ ਅੱਜ ਇਲੈਕਟਿਵ ਪੰਜਾਬੀ ਦੇ ਲੈਕਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ। ਹਾਂਜੀ ਬੇਟਾ, ਅੱਜ ਮੈਂ ਤੁਹਾਡੇ ਸਾਰਿਆਂ ਦੇ ਲਈ ਜਿਹੜਾ ਵਿਸ਼ਾ ਚੁਣਿਆ ਉਹ ਹੈ ਸਾਹਿਤ। ਸਾਹਿਤ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਵਾ ਤੁਹਾਡੇ ਇਲੈਕਟਿਵ ਪੰਜਾਬੀ ਦੇ ਵਿੱਚ। ਇਮਤਿਹਾਨ ਦੇ ਪੱਖ ਤੋਂ ਅੱਜ ਦੇ ਲੈਕਚਰ ਦੇ ਵਿੱਚ ਤੁਹਾਨੂੰ ਉਮੀਦ ਕਰਦੀ ਹਾਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਅਤੇ ਜੇ ਮੇਰਾ ਲੈਕਚਰ ਬੇਟਾ ਤੁਹਾਨੂੰ ਬਹੁਤ ਹੀ ਵਧੀਆ ਤੁਹਾਡੇ ਲਈ ਲਾਹੇਵੰਦ ਹੋਇਆ ਤਾਂ ਪਲੀਜ਼ ਮੇਰੇ ਅੱਜ ਦੇ ਇਸ ਲੈਕਚਰ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਕਮੈਂਟ ਲਿਖ ਕੇ ਦੱਸਣਾ ਕਿ ਅੱਜ ਦਾ ਜਿਹੜਾ ਮੇਰਾ ਲੈਕਚਰ ਸੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ, ਤਾਂ ਕਿ ਮੈਂ ਹੋਰ ਵੀ ਤੁਹਾਡੇ ਲਈ ਵਧੀਆ ਵਧੀਆ ਜਿਹੜੇ ਲੈਕਚਰ ਆ ਵਿਸ਼ੇ ਆ ਸਿਲੈਕਟ ਕਰਕੇ ਤੁਹਾਡੇ ਲਈ ਲੈਕਚਰ ਬਣਾਵਾਂ। ਅਤੇ ਅੱਜ ਦਾ ਜਿਹੜਾ ਲੈਕਚਰ ਆ ਉਹ ਸਟਾਰਟ ਕਰਨ ਜਾ ਰਹੇ ਹਾਂ। ਹਾਂਜੀ ਬੇਟਾ, ਸਭ ਤੋਂ ਪਹਿਲਾਂ ਸਾਹਿਤ ਦੀ ਜਾਣ ਪਹਿਚਾਣ ਕਿ ਸਾਹਿਤ ਹੁੰਦਾ ਕੀ ਆ। ਸੰਸਕ੍ਰਿਤ ਦੇ ਪ੍ਰਾਚੀਨ ਗ੍ਰੰਥਾਂ ਵਿੱਚ ਕਾਵ ਅਤੇ ਸਾਹਿਤ ਨੂੰ ਸਮਾਨਾਰਥੀ ਰੂਪ ਵਿੱਚ ਵਰਤਿਆ ਗਿਆ। ਜਿੰਨੇ ਵੀ ਪੁਰਾਣੇ ਗ੍ਰੰਥ ਨੇ ਸੰਸਕ੍ਰਿਤ ਦੇ, ਕਾਵ ਅਤੇ ਸਾਹਿਤ ਨੂੰ ਇੱਕੋ ਮੰਨਿਆ ਗਿਆ ਵਾ। ਅਸਲ ਵਿੱਚ ਪੁਰਾਣੇ ਗ੍ਰੰਥਾਂ ਵਿੱਚ ਕਾਵ ਸੰਬੰਧੀ ਵਧੇਰੇ ਚਰਚਾ ਹੋਈ ਮਿਲਦੀ ਹੈ। ਸਾਹਿਤ ਸ਼ਬਦ ਦਾ ਪ੍ਰਯੋਗ ਮੱਧ ਕਾਲ ਵਿੱਚ ਹੋਇਆ ਮੰਨਿਆ ਜਾਂਦਾ ਹੈ। ਸਾਹਿਤ ਇੱਕ ਅਜਿਹੀ ਸ਼ਾਬਦਿਕ ਕਲਾ ਹੈ ਜਿਸ ਵਿੱਚ ਉੱਤਮ ਵਿਚਾਰਾਂ ਦੀ ਉੱਤਮ ਢੰਗ ਨਾਲ ਪੇਸ਼ਕਾਰੀ ਕੀਤੀ ਗਈ ਹੋਵੇ। ਸਾਹਿਤ ਦਾ ਮੁੱਖ ਉਦੇਸ਼ ਸਹਿਜ ਸੁਆਦ ਪੈਦਾ ਕਰਨਾ ਅਤੇ ਚੰਗੇ ਜੀਵਨ ਦੇ ਲਈ ਪ੍ਰੇਰਨਾ ਦੇਣਾ ਹੈ। ਸਾਹਿਤ ਨੂੰ ਜਨਤਾ ਦੀ ਟਗੋਰੀ ਵੀ ਕਿਹਾ ਜਾਂਦਾ ਹੈ। ਸਾਹਿਤ ਜੀਵਨ ਵਿੱਚੋਂ ਪੈਦਾ ਹੁੰਦਾ ਹੈ ਅਤੇ ਜੀਵਨ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਵੀ ਕਿਹਾ ਜਾਂਦਾ ਹੈ। ਹਾਂਜੀ ਬੇਟਾ, ਜਾਣ ਪਹਿਚਾਣ ਵਿੱਚ ਦੇਖੋ ਇਹ ਦੱਸਿਆ ਗਿਆ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਈ ਹੋਣੀ ਹੈ ਕਿ ਜਿੰਨੇ ਵੀ ਸਾਡੇ ਪੁਰਾਣੇ ਪਰੰਪਰਾਗਤ ਜਿਹੜੇ ਗ੍ਰੰਥ ਹੋਏ ਨੇ ਉਹਨਾਂ ਦੇ ਵਿੱਚ ਕਾਵ ਅਤੇ ਸਾਹਿਤ ਦੋਨਾਂ ਨੂੰ ਸਮਾਨ ਅਰਥਾਂ ਦੇ ਰੂਪ ਵਿੱਚ ਮੰਨਿਆ ਗਿਆ। ਪਰ ਪੁਰਾਤਨ ਗ੍ਰੰਥਾਂ ਵਿੱਚ ਕਾਵ ਸੰਬੰਧੀ ਚਰਚਾ ਜਿਹੜੀ ਉਹ ਬਹੁਤ ਹੋਈ ਆ। ਸਾਹਿਤ ਸ਼ਬਦ ਆ ਜਿਹੜਾ ਇਸ ਦਾ ਪ੍ਰਯੋਗ ਮੱਧਕਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ, ਗੁਰੂ ਨਾਨਕ ਦੇਵ ਜੀ ਵਾਲਾ ਜਿਹੜਾ ਕਾਲ ਆ ਉਹ ਮੱਧਕਾਲ ਮੰਨਿਆ ਜਾਂਦਾ। ਠੀਕ ਆ, ਉਦੋਂ ਤੋਂ ਸਾਹਿਤ ਦਾ ਜਿਹੜਾ ਪ੍ਰਯੋਗ ਆ, ਸ਼ਬਦ ਦਾ ਪ੍ਰਯੋਗ ਆ ਉਹ ਹੋਇਆ। ਇਹ ਇੱਕ ਅਜਿਹੀ ਸ਼ਬਦਿਕ ਕਲਾ ਜਿਸ ਦੇ ਦੁਆਰਾ ਕੋਈ ਵੀ ਵਿਅਕਤੀ ਉਹਦੇ ਅੰਦਰ ਜਿਹੜੇ ਉੱਤਮ ਵਿਚਾਰ ਨੇ ਉਹਨਾਂ ਨੂੰ ਇੱਕ ਬਹੁਤ ਹੀ ਕਲਾਮਈ ਢੰਗ ਦੇ ਨਾਲ ਬਹੁਤ ਹੀ ਉੱਤਮ ਤਰੀਕੇ ਦੇ ਨਾਲ ਪੇਸ਼ ਕਰਦਾ। ਵੈਸੇ ਤਾਂ ਅਸੀਂ ਸਾਰੇ ਆਪਣੇ ਅੰਦਰੂਨੀ ਭਾਵਾਂ ਨੂੰ ਵਿਅਕਤ ਕਰਦੇ ਹਾਂ ਭਾਸ਼ਾ ਦੁਆਰਾ, ਬੋਲੀ ਦੁਆਰਾ, ਬਟ ਸਾਹਿਤ ਕੀ ਆ, ਸਾਹਿਤ ਦੇ ਵਿੱਚ ਕੋਈ ਵੀ ਵਿਅਕਤੀ ਆਪਣੇ ਭਾਵਾਂ ਨੂੰ, ਆਪਣੇ ਵਿਚਾਰਾਂ ਨੂੰ ਬਹੁਤ ਹੀ ਵਧੀਆ ਕਲਾਮਈ ਵਿਉਂਤਬੱਧ ਤਰੀਕੇ ਦੇ ਨਾਲ ਜਿਹੜਾ ਉਹ ਪੇਸ਼ ਕਰਦਾ। ਅਤੇ ਇਹਦਾ ਜਿਹੜਾ ਉਦੇਸ਼ ਹੁੰਦਾ ਕਿ ਸਰੋਤੇ ਨੂੰ, ਸੁਣਨ ਵਾਲੇ ਨੂੰ ਜਾਂ ਉਸ ਨੂੰ ਦੇਖਣ ਵਾਲੇ ਨੂੰ ਸਹਿਜ ਜਿਹੜਾ ਆਨੰਦ ਆ ਉਹ ਪੈਦਾ ਕਰਨਾ ਅਤੇ ਉਹਨੂੰ ਇੱਕ ਚੰਗੇ ਜੀਵਨ ਦੀ ਜਿਹੜੀ ਆ ਪ੍ਰੇਰਨਾ ਦੇਣਾ। ਇਸ ਨੂੰ ਜਨਤਾ ਦੀ ਡਗੋਰੀ ਵੀ ਕਿਹਾ ਜਾਂਦਾ ਹੈ। ਸਾਹਿਤ ਜੀਵਨ ਵਿੱਚੋਂ ਪੈਦਾ ਹੁੰਦਾ ਹੈ ਅਤੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਇਹ ਕੀ ਹੁੰਦਾ, ਕਿਸੇ ਵੀ ਸਮਾਜ ਦਾ ਸ਼ੀਸ਼ਾ ਕਿਹਾ ਜਾਂਦਾ ਕਿ ਜਿਸ ਸਮਾਜ ਦੇ ਵਿੱਚ ਜਿਸ ਤਰ੍ਹਾਂ ਦੇ ਸਾਹਿਤ ਦੀ ਰਚਨਾ ਹੁੰਦੀ ਆ, ਸਮਾਜ ਉਸ ਤਰ੍ਹਾਂ ਦਾ ਹੀ ਹੁੰਦਾ, ਸਮਾਜ ਵਿੱਚ ਉਸ ਤਰ੍ਹਾਂ ਦੀ ਹੀ ਵਿਰਤੀ ਹੈ ਜਿਹੜੀ ਉਹ ਪਾਈ ਜਾਂਦੀ ਹੈ। ਇਸ ਲਈ ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਕਿਹਾ ਜਾਂਦਾ। ਇਹ ਤਾਂ ਸੀ ਬੇਟਾ ਜਾਣ ਪਹਿਚਾਣ। ਇਸ ਤੋਂ ਬਾਅਦ ਅਸੀਂ ਇਹਦਾ ਅਰਥ ਕਰਾਂਗੇ, ਮੀਨਿੰਗ। ਸਾਹਿਤ ਹੁਣ ਦੇਖੋ ਸਮਝ ਹੀ ਆ ਗਿਆ ਹੋਊ ਤੁਹਾਨੂੰ ਕਿ ਸਾਹਿਤ ਕੀ ਹੁੰਦਾ। ਹੁਣ ਸਾਹਿਤ ਸ਼ਬਦ ਦੇ ਦੋ ਪ੍ਰਕਾਰ ਦੇ ਅਰਥ ਮੰਨੇ ਜਾਂਦੇ ਆ, ਇੱਕ ਵਿਆਪਕ ਅਤੇ ਸੰਕੁਚਿਤ। ਵਿਆਪਕ ਅਰਥ ਆ ਜਿਹੜਾ ਇਹਦੇ ਵਿੱਚ ਇਸ ਦੇ ਅੰਤਰਗਤ ਕਹਿੰਦੇ ਹਰ ਪ੍ਰਕਾਰ ਦੀ ਪੁਸਤਕ ਰਚਨਾ, ਜਿਹੜੀ ਜਿਵੇਂ ਕਿ ਅਸੀਂ ਕਹਿ ਲਈਏ ਕਿ ਇਤਿਹਾਸ ਦੀ ਬੁੱਕ ਆ, ਪੁਸਤਕ ਆ, ਅਰਥ ਵਿਗਿਆਨ, ਰਾਜਨੀਤੀ ਸ਼ਾਸਤਰ, ਹਿਸਾਬ ਅਤੇ ਹੋਰ ਸਭ ਤਰ੍ਹਾਂ ਦੀਆਂ ਜਿੰਨੀਆਂ ਵੀ ਰਚਨਾਵਾਂ, ਇਹਨਾਂ ਅਰਥਾਂ ਕਰਕੇ ਇਹਨਾਂ ਨੂੰ ਕੀ ਹੈ, ਇੱਕ ਸਾਹਿਤ ਮੰਨਿਆ ਜਾਂਦਾ। ਅਤੇ ਸੰਕੁਚਿਤ ਅਰਥ ਵਿੱਚ ਸਾਹਿਤ ਕਾਵਿ ਦਾ ਸਮਾਨ ਅਰਥ ਹੈ। ਇਸ ਵਿੱਚ ਉਹ ਕਵਿਤਾਵਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਮਨੁੱਖੀ ਭਾਵਾਂ ਦੀ ਪ੍ਰਧਾਨਤਾ ਹੁੰਦੀ ਹੈ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮਨੁੱਖ ਦੇ ਅੰਦਰ ਦੀਆਂ ਜਿਹੜੀਆਂ ਫੀਲਿੰਗਸ ਨੇ ਉਹਨਾਂ ਨੂੰ ਕਲਾਮੀ ਢੰਗ ਨਾਲ ਬਿਆਨ ਕਰਨਾ, ਠੀਕ ਆ, ਜਿਹੜੀ ਕਿ ਸੁਣਨ ਵਾਲੇ ਨੂੰ ਆਨੰਦਿਤ ਕਰਦੀ ਆ।
ਜਿਵੇਂ ਕਿ ਅਸੀਂ ਕਹਿ ਲਈਏ ਕਿ ਕਵਿਤਾ, ਨਾਟਕ, ਇਕਾਂਗੀ, ਨਾਵਲ, ਕਹਾਣੀ, ਨਿਬੰਧ, ਸਵੈ ਜੀਵਨੀ, ਸਫ਼ਰਨਾਮਾ ਆਦਿ ਇਹ ਸਾਰੀਆਂ ਮੁੱਖ ਰਚਨਾਵਾਂ ਨੇ ਜਿਹੜੀਆਂ ਕਿਸੇ ਨਾ ਕਿਸੇ ਲੇਖਕ ਦੇ ਦੁਆਰਾ ਰਚੀਆਂ ਜਾਂਦੀਆਂ। ਅਤੇ ਇਹ ਜਿਹੜੀਆਂ ਰਚਨਾਵਾਂ ਉਸ ਮਨੁੱਖ ਦੀਆਂ ਭਾਵਾਂ ਦਾ ਪ੍ਰਗਟਾਵਾ ਕਰਦੀਆਂ, ਉਸ ਕੀ ਸੋਚਦਾ, ਇਸ ਕਰਕੇ ਇਸ ਨੂੰ ਸਾਹਿਤ ਕਿਹਾ ਜਾਂਦਾ ਹੈ। ਸਮਝ ਆ ਗਿਆ ਹੋਣਾ ਬੇਟਾ ਤੁਹਾਨੂੰ ਸਾਰਿਆਂ ਨੂੰ। ਹੁਣ ਇਹਦੀ ਆਪਾਂ ਕਰਨੀ ਆ ਪਰਿਭਾਸ਼ਾ, ਕਿ ਸਾਹਿਤ ਦੀ ਜਿਹੜੀ ਪਰਿਭਾਸ਼ਾ ਉਹਨੂੰ ਅਸੀਂ ਇਮਤਿਹਾਨ ਦੀ ਦ੍ਰਿਸ਼ਟੀ ਤੋਂ ਵੀ ਮੈਂ ਤੁਹਾਨੂੰ ਬਹੁਤ ਵਧੀਆ ਇੱਕ ਕਿਵੇਂ ਅਸੀਂ ਵੱਧ ਤੋਂ ਵੱਧ ਵਧੀਆ ਨੰਬਰ ਲੈ ਸਕਦੇ ਹਾਂ, ਸਕੋਰ ਆ ਜਿਹੜਾ ਪ੍ਰਾਪਤ ਕਰ ਸਕਦੇ ਹਾਂ, ਉਸ ਵੇ ਦੇ ਨਾਲ ਮੈਂ ਤੁਹਾਨੂੰ ਇਹਦੀ ਜਿਹੜੀ ਪਰਿਭਾਸ਼ਾ ਰਾਈਟ ਕੀਤੀ ਹੋਈ ਆ, ਤੁਸੀਂ ਇਹਨੂੰ ਨੋਟ ਕਰ ਲੈਣਾ ਜ਼ਰੂਰ। ਸਾਹਿਤ ਸ਼ਬਦ ਸੰਸਕ੍ਰਿਤ ਸ਼ਬਦ ਸਾਹਿਤਯਮ ਦਾ ਪੰਜਾਬੀ ਰੂਪ ਹੈ, ਜਿਸ ਦੇ ਕੋਸ਼ਗਤ ਅਰਥ ਹਨ ਸੰਜੋਗ, ਮੇਲ ਅਤੇ ਸਾਥ। ਉਰਦੂ ਵਿੱਚ ਸਾਹਿਤ ਨੂੰ ਅਦਬ ਕਿਹਾ ਜਾਂਦਾ ਹੈ। ਅਦਬ ਦੇ ਅਰਥ ਹੁੰਦੇ ਨੇ ਸਲੀਕਾ, ਸੋਹਣਾ, ਤੌਰ ਤਰੀਕਾ, ਅਰਥਾਤ ਅਜਿਹੀ ਰਚਨਾ ਜੋ ਜੀਵਨ ਦੇ ਤੌਰ ਤਰੀਕਿਆਂ ਨੂੰ ਸੋਹਣੇ ਢੰਗ ਦੇ ਨਾਲ ਇਸ ਤਰ੍ਹਾਂ ਬਿਆਨ ਕਰੇ ਕਿ ਉਸ ਤੋਂ ਸੁੰਦਰ ਜੀਵਨ ਜਾਂਚ ਦੀ ਪ੍ਰੇਰਨਾ ਮਿਲਦੀ ਹੋਵੇ। ਅਤੇ ਅੰਗਰੇਜ਼ੀ ਵਿੱਚ ਸਾਹਿਤ ਦੇ ਲਈ ਲਿਟਰੇਚਰ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦਾ ਅਰਥ ਹੁੰਦਾ ਅੱਖਰਾਂ ਨੂੰ ਅੱਖਰਾਂ ਰਾਹੀਂ ਪ੍ਰਗਟ ਕਰਨਾ। ਹੌਲੀ ਹੌਲੀ ਇਸ ਦੇ ਅਰਥਾਂ ਦਾ ਵਿਕਾਸ ਹੋਇਆ। ਅੱਜ ਸਾਹਿਤ ਤੋਂ ਭਾਵ ਅਜਿਹੀ ਰਚਨਾ ਤੋਂ ਲਿਆ ਜਾਂਦਾ ਹੈ ਜਿਸ ਵਿੱਚ ਮੂਲ ਰੂਪ ਵਿੱਚ ਮਨੁੱਖੀ ਜੀਵਨ ਦੇ ਨਾਲ ਜੋ ਸੰਬੰਧਿਤ ਹੋਵੇ ਅਤੇ ਜਿਸ ਨੂੰ ਸੋਹਣੇ ਅਤੇ ਦਿਲ ਖਿੱਚਵੇਂ ਢੰਗ ਦੇ ਨਾਲ ਬਿਆਨ ਕੀਤਾ ਹੋਵੇ। ਸਮਝ ਆ ਗਿਆ ਬੇਟਾ? ਇਹ ਮੀਨਿੰਗ ਸਾਹਿਤ ਦੀ ਪਰਿਭਾਸ਼ਾ ਤੁਸੀਂ ਆਪਣੀ ਨੋਟਬੁੱਕ ਦੇ ਉੱਤੇ ਨੋਟ ਜ਼ਰੂਰ ਕਰ ਲੈਣੀ। ਭਾਰਤੀ ਕਾਵਿ ਸ਼ਾਸਤਰ ਅਨੁਸਾਰ ਸਾਹਿਤ ਨੂੰ ਸਤਿਅਮ, ਸ਼ਿਵਮ, ਸੁੰਦਰਮ ਕਿਹਾ ਜਾਂਦਾ ਹੈ, ਜਿਸ ਦਾ ਭਾਵ ਹੈ ਸੱਚ, ਕਲਿਆਣ, ਸੁੰਦਰ। ਠੀਕ ਹੈ ਬੇਟਾ? ਇਹਨਾਂ ਤਿੰਨਾਂ ਸ਼ਬਦਾਂ ਦੇ ਵਿੱਚੋਂ ਪ੍ਰਮੁੱਖ ਲੱਛਣ ਇਹ ਨਿਕਲਦੇ ਆ ਕਿ ਇਹ ਸੱਚ ਦਾ ਪ੍ਰਕਾਸ਼ ਕਰੇ, ਜੀਵਨ ਦੇ ਲਈ ਕਲਿਆਣਕਾਰੀ ਬਣੇ ਅਤੇ ਇਹ ਸੁਹਜ, ਸੁੰਦਰਤਾ ਦਾ ਅਹਿਸਾਸ ਪੈਦਾ ਕਰੇ। ਉਹ ਕੀ ਆ? ਸਾਹਿਤ ਹੈ। ਠੀਕ ਹੈ ਬੇਟਾ? ਕਿਸੇ ਵੀ ਵਿਸ਼ੇਸ਼ ਭਾਸ਼ਾ ਦੀ ਸਾਹਿਤ ਵਿੱਚੋਂ ਉਸ ਕੌਮ ਦੀ ਸੱਭਿਅਤਾ ਅਤੇ ਸੱਭਿਆਚਾਰ ਦੀ ਕਾਰਜਸ਼ੀਲਤਾ ਅਤੇ ਵਿਲੱਖਣਤਾ ਨੂੰ ਪਛਾਣਿਆ ਜਾ ਸਕਦਾ। ਸਮੁੱਚੇ ਸਾਹਿਤ ਦੀ ਰਚਨਾ ਲਈ ਕੱਚੀ ਸਮੱਗਰੀ ਭਾਸ਼ਾ ਹੀ ਪ੍ਰਦਾਨ ਕਰਦੀ ਆ। ਭਾਸ਼ਾ ਹੋਊਗੀ ਤਾਂ ਹੀ ਸਾਹਿਤ ਦੀ ਜਿਹੜੀ ਰਚਨਾ ਉਹ ਹੋਊਗੀ। ਭਾਸ਼ਾ ਦੇ ਵਿਭਿੰਨ ਢੰਗਾਂ ਦੀ ਵਰਤੋਂ ਕਰਕੇ ਸਾਹਿਤਕਾਰ ਵਿਭਿੰਨ ਤਰ੍ਹਾਂ ਦੇ ਸਾਹਿਤਿਕ ਰੂਪ ਸਿਰਜਦੇ ਹਨ, ਜਿਵੇਂ ਕਿ ਕਵਿਤਾ, ਕਹਾਣੀ, ਨਾਵਲ, ਆਪਾਂ ਜਿਵੇਂ ਮੂਹਰੇ ਪੜ੍ਹਿਆ ਵਾ, ਨਿਬੰਧ, ਇਕਾਂਗੀ, ਇਹ ਸਾਰੇ ਸਾਹਿਤ ਦੇ ਰੂਪ ਨੇ। ਠੀਕ ਆ? ਜਿਵੇਂ ਉਦਾਹਰਨ ਲਈ ਮੈਂ ਤੁਹਾਨੂੰ ਸਮਝਾਉਣ ਲਈ ਜਿਵੇਂ ਮੈਂ ਦੱਸਾਂ ਕਿ ਜਿਵੇਂ ਇੱਕ ਸੁਨਿਆਰ ਆ, ਸੋਨੇ ਦੇ ਤਰ੍ਹਾਂ ਤਰ੍ਹਾਂ ਦੇ ਗਹਿਣੇ ਆ ਜਿਹੜੇ ਉਹ ਬਣਾਉਂਦਾ। ਠੀਕ ਆ? ਅਤੇ ਘੁਮਿਆਰ ਮਿੱਟੀ ਤੋਂ ਵੱਖ-ਵੱਖ ਤਰ੍ਹਾਂ ਦੇ ਭਾਂਡੇ ਬਣਾਉਂਦਾ। ਮੂਰਤੀਕਾਰ ਆ ਜਿਹੜਾ ਇੱਕ ਪੱਥਰਾਂ ਨੂੰ ਤਰਾਸ਼ ਕੇ ਕਈ ਤਰ੍ਹਾਂ ਦੀਆਂ ਭਾਂਤ ਦੀਆਂ ਮੂਰਤੀਆਂ ਨੇ ਜਿਹੜੀਆਂ ਉਹਨਾਂ ਦੇ ਨੈਣ ਨਕਸ਼ ਘੜਦਾ। ਠੀਕ ਆ? ਇਵੇਂ ਹੀ ਭਾਸ਼ਾ ਦੀ ਵਰਤੋਂ ਕਰਕੇ ਸਾਹਿਤਿਕ ਰੂਪਾਂ ਦੀ ਰਚਨਾ ਜਿਹੜੀ ਇੱਕ ਸਾਹਿਤਕਾਰ ਆ ਉਹ ਕਰਦਾ। ਨੈਕਸਟ ਬੇਟਾ, ਸਾਹਿਤ ਦੇ ਦੋ ਭਾਗ ਹੁੰਦੇ ਆ। ਇੱਕ ਹੁੰਦਾ ਦ੍ਰਿਸ਼ ਕਾਵ, ਦੂਸਰਾ ਹੁੰਦਾ ਸ਼੍ਰਵ ਕਾਵ। ਦ੍ਰਿਸ਼ ਕਾਵ ਉਹ ਕਾਵ ਹੁੰਦਾ ਜਿਹਨੂੰ ਸਰੋਤਾ ਦੇਖਦਾ, ਦੇਖ ਕੇ ਆਨੰਦ ਆ ਜਿਹੜਾ ਉਹ ਪ੍ਰਾਪਤ ਕਰਦਾ। ਉਹਦੇ ਵਿੱਚ ਆ ਜਾਂਦਾ ਨਾਟਕ ਅਤੇ ਇਕਾਂਗੀ। ਅਤੇ ਦੂਸਰਾ ਜਿਹੜਾ ਸਾਹਿਤ ਦਾ ਭਾਗ ਆ ਸ਼੍ਰਵ ਕਾਵ, ਉਹਦੇ ਵਿੱਚ ਕਵਿਤਾ, ਗਲਪ ਦੇ ਵਿੱਚ ਨਾਵਲ ਅਤੇ ਨਿੱਕੀ ਕਹਾਣੀ ਨੂੰ ਅਸੀਂ ਲੈਂਦੇ ਹਾਂ, ਅਤੇ ਵਾਰਤਕ ਦੇ ਵਿੱਚ ਨਿਬੰਧ, ਜੀਵਨੀ, ਸਵੈ ਜੀਵਨੀ ਅਤੇ ਸਫ਼ਰਨਾਮਾ ਆ ਜਾਂਦੇ। ਦੋ ਤਰ੍ਹਾਂ ਦੇ ਸਾਹਿਤਿਕ ਕਾਵ ਹੁੰਦੇ ਨੇ, ਇੱਕ ਦ੍ਰਿਸ਼ ਕਾਵ ਸਾਹਿਤ ਅਤੇ ਸ਼੍ਰਵ ਕਾਵ ਸਾਹਿਤ। ਇਹ ਯਾਦ ਰੱਖਣਾ ਤੁਸੀਂ। ਤਾਂ ਹੁਣ ਅਸੀਂ ਅੰਤ ਵਿੱਚ ਕੀ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਜਿਹੜੀ ਕਵਿਤਾ, ਨਾਵਲ, ਕਹਾਣੀ, ਇਕਾਂਗੀ, ਨਾਟਕ, ਨਿਬੰਧ, ਜੀਵਨੀ, ਸਵੈ ਜੀਵਨੀ ਅਤੇ ਸਫ਼ਰਨਾਮਾ ਸਾਹਿਤ ਦੇ ਪ੍ਰਮੁੱਖ ਰੂਪ ਮੰਨੇ ਜਾਂਦੇ ਨੇ। ਅਤੇ ਆਧੁਨਿਕ ਸਮੇਂ ਵਿੱਚ ਮਿੰਨੀ ਕਹਾਣੀ, ਲਲਿਤ ਨਿਬੰਧ, ਰੇਖਾ ਚਿੱਤਰ ਜਿਹੜੇ ਨੇ ਇਹ ਪ੍ਰਚਲਿਤ ਹੋ ਗਏ ਨੇ। ਇਹ ਵੀ ਸਾਹਿਤ ਦੇ ਕੀ ਨੇ? ਇੱਕ ਰੂਪ ਨੇ। ਠੀਕ ਹੈ ਬੇਟਾ? ਅੱਜ ਦਾ ਲੈਕਚਰ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ। ਅੱਜ ਦੇ ਲੈਕਚਰ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।